ਅੱਜ ਅਸੀਂ ਮਾਸਟਰ ਕੈਡਰ SST ਦੇ 6th ਪਾਰਟ ਕਰਨ ਜਾ ਰਹੇ ਹਾਂ। ਇਹਦੇ MCQs ਕੁਐਸਚਨ ਵੈਰੀ ਇੰਪੋਰਟੈਂਟ ਕੁਐਸਚਨ। ਪਹਿਲਾ ਕੁਐਸਚਨ ਹੈਗਾ, ਭਾਰਤ ਦਾ ਸੰਵਿਧਾਨ ਸੰਸਾਰ ਦੇ ਸਾਰੇ ਸੰਵਿਧਾਨ ਵਿੱਚੋਂ ਲੰਬਾ ਅਤੇ ਵਿਸਤ੍ਰਿਤ ਸੰਵਿਧਾਨ ਦਾ ਹੈ। ਇਹ ਕਥਨ ਕਿਸ ਦਾ ਹੈ? ਪਹਿਲਾ ਆਪਸ਼ਨ ਹੈ ਪ੍ਰੋਫੈਸਰ ਆਈਵਰ ਜੈਨਿੰਗਸ, ਦੂਸਰਾ ਆਪਸ਼ਨ ਹੈਗਾ ਡਾਕਟਰ ਰਾਜਿੰਦਰ ਪ੍ਰਸਾਦ, तीसरा ऑप्शन है पंडित जवाहरलाल नेहरू, तीसरा ऑप्शन है डॉक्टर BR अंबेडकर। ਇਹਦਾ ਕਰੈਕਟ ਆਨਸਰ ਹੈਗਾ ਪ੍ਰੋਫੈਸਰ ਆਈਵਰ ਜੈਨਿੰਗਸ। ਦੂਸਰਾ ਕੁਐਸਚਨ ਹੈ, ਹੇਠ ਲਿਖਿਆਂ ਵਿੱਚੋਂ ਕਿਸ ਦੇਸ਼ ਦੇ ਸੰਵਿਧਾਨ ਦਾ ਭਾਰਤ ਦੇ ਸੰਵਿਧਾਨ ਤੇ ਪ੍ਰਭਾਵ ਨਹੀਂ ਹੈ? ਪਹਿਲਾ ਆਪਸ਼ਨ ਇੰਗਲੈਂਡ, ਦੂਸਰਾ ਆਪਸ਼ਨ ਆਇਰਲੈਂਡ, ਤੀਸਰਾ ਆਪਸ਼ਨ ਜਰਮਨ, ਚੌਥਾ ਆਪਸ਼ਨ ਹੈਗਾ ਫਰਾਂਸ। ਕਰੈਕਟ ਆਨਸਰ ਹੈਗਾ ਫਰਾਂਸ ਦਾ, ਕੋਈ ਪ੍ਰਭਾਵ ਨਹੀਂ ਹੈ। ਤੀਜਾ ਕੁਐਸਚਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਸੰਵਿਧਾਨ ਦੀ 42ਵੀਂ ਸੋਧ ਅਧੀਨ ਪ੍ਰਸਤਾਵਨਾ ਵਿੱਚ ਸ਼ਾਮਿਲ ਕੀਤਾ ਗਿਆ ਸੀ? ਪਹਿਲਾ ਆਪਸ਼ਨ ਹੈਗਾ ਪ੍ਰਭੂਸੱਤਾ, ਦੂਸਰਾ ਆਪਸ਼ਨ ਹੈ ਧਰਮ ਨਿਰਪੱਖ, ਤੀਸਰਾ ਆਪਸ਼ਨ ਹੈਗਾ ਲੋਕਤੰਤਰੀ, ਚੌਥਾ ਆਪਸ਼ਨ ਹੈ ਗਣਰਾਜ। ਇਹਦਾ ਕਰੈਕਟ ਆਨਸਰ ਹੈਗਾ ਧਰਮ ਨਿਰਪੱਖ। ਚੌਥਾ ਕੁਐਸਚਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਮੌਲਿਕ ਅਧਿਕਾਰ ਨਹੀਂ ਹੈ? ਪਹਿਲਾ ਆਪਸ਼ਨ ਹੈ ਸਮਾਨਤਾ ਦਾ ਅਧਿਕਾਰ, ਦੂਸਰਾ ਆਪਸ਼ਨ ਹੈ ਸੁਤੰਤਰਤਾ ਦਾ ਅਧਿਕਾਰ, ਤੀਸਰਾ ਆਪਸ਼ਨ ਹੈ ਸੂਚਨਾ ਦਾ ਅਧਿਕਾਰ, ਚੌਥਾ ਆਪਸ਼ਨ ਹੈ ਸੰਵਿਧਾਨਿਕ ਉਪਾਵਾਂ ਦਾ ਅਧਿਕਾਰ। ਕਰੈਕਟ ਆਨਸਰ ਹੈਗਾ ਸੂਚਨਾ ਦਾ ਅਧਿਕਾਰ, ਤੀਸਰਾ ਆਪਸ਼ਨ ਸਹੀ ਹੈ। ਪੰਜਵਾਂ ਕੁਐਸਚਨ, ਹੇਠ ਲਿਖਿਆਂ ਵਿੱਚੋਂ ਸੰਵਿਧਾਨ ਦੀ ਕਿਹੜੀ ਧਾਰਾ ਸਰਵਜਨਕ ਬਾਲਕ ਮਤ ਅਧਿਕਾਰ ਦੀ ਵਿਵਸਥਾ ਕਰਦੀ ਹੈ? ਧਾਰਾ 323, ਦੂਸਰਾ ਆਪਸ਼ਨ ਹੈ ਧਾਰਾ 325, ਤੀਸਰਾ ਆਪਸ਼ਨ ਹੈ ਧਾਰਾ 326, ਚੌਥਾ ਆਪਸ਼ਨ ਹੈ ਧਾਰਾ 370। ਇਹਦਾ ਕਰੈਕਟ ਆਨਸਰ ਹੈਗਾ ਧਾਰਾ 325। ਇਹ ਸਰਵਜਨਕ ਬਾਲਕ ਮਤ ਅਧਿਕਾਰ ਦੀ ਵਿਵਸਥਾ ਕਰਦੀ ਹੈ। ਛੇਵਾਂ ਕੁਐਸਚਨ ਹੈ, ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਸੰਵਿਧਾਨ ਦੇ ਕਿਹੜੇ ਅਧਿਆਇ ਵਿੱਚ ਸ਼ਾਮਿਲ ਕੀਤੇ ਗਏ ਹਨ? ਪਹਿਲਾ ਆਪਸ਼ਨ ਹੈ ਚੌਥੇ ਅਧਿਆਇ, ਦੂਸਰਾ ਆਪਸ਼ਨ ਹੈ ਤੀਜਾ ਅਧਿਆਇ, ਤੀਸਰਾ ਆਪਸ਼ਨ ਹੈ ਪੰਜਵਾਂ ਅਧਿਆਇ, ਚੌਥਾ ਆਪਸ਼ਨ ਹੈ ਸੱਤਵਾਂ ਅਧਿਆਇ। ਇਹਦਾ ਕਰੈਕਟ ਆਨਸਰ ਹੈਗਾ ਚੌਥੇ ਅਧਿਆਇ ਵਿੱਚ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤ ਹੈ, ਸਿਧਾਂਤਾਂ ਨੂੰ ਸ਼ਾਮਿਲ ਕੀਤਾ ਗਿਆ ਜੀ। ਸੱਤਵਾਂ ਕੁਐਸਚਨ ਹੈ, ਭਾਰਤ ਵਿੱਚ ਦਲ ਬਦਲੀ ਦੀ ਮਨਾਹੀ ਕਿਹੜੇ ਸੰਵਿਧਾਨਿਕ ਸੋਧ ਰਾਹੀਂ ਕੀਤੀ ਗਈ ਸੀ? ਪਹਿਲਾ ਆਪਸ਼ਨ ਹੈ 42ਵੀਂ ਸੋਧ, ਦੂਸਰਾ ਆਪਸ਼ਨ ਹੈ 43ਵੀਂ ਸੋਧ, ਤੀਸਰਾ ਆਪਸ਼ਨ ਹੈ 50ਵੀਂ ਸੋਧ, ਚੌਥਾ ਆਪਸ਼ਨ ਹੈ 52ਵੀਂ ਸੋਧ। ਇਹਦਾ ਕਰੈਕਟ ਆਨਸਰ ਹੈਗਾ 52ਵੀਂ ਸੋਧ ਰਾਹੀਂ ਦਲ ਬਦਲੀ ਦੀ ਮਨਾਹੀ ਕੀਤੀ ਗਈ ਹੈ। ਅੱਠਵਾਂ ਕੁਐਸਚਨ ਹੈ, ਨਾਗਰਿਕਾਂ ਦੇ ਮੌਲਿਕ ਅਧਿਕਾਰ ਸੰਵਿਧਾਨ ਦੇ ਕਿਸ ਅਧਿਆਇ ਵਿੱਚ ਸ਼ਾਮਿਲ ਹਨ? ਪਹਿਲਾ ਆਪਸ਼ਨ ਹੈ ਅਧਿਆਇ 3, ਦੂਸਰਾ ਆਪਸ਼ਨ ਹੈ ਅਧਿਆਇ 4, ਤੀਸਰਾ ਆਪਸ਼ਨ ਹੈ ਅਧਿਆਇ 5, ਚੌਥਾ ਆਪਸ਼ਨ ਹੈ ਅਧਿਆਇ 6। ਕਰੈਕਟ ਆਨਸਰ ਹੈਗਾ ਅਧਿਆਇ 3 ਦੇ ਵਿੱਚ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਨੌਵਾਂ ਕੁਐਸਚਨ ਹੈ, ਸੰਵਿਧਾਨ ਦੀ ਕਿਹੜੀ ਸੋਧ ਰਾਹੀਂ ਪੰਚਾਇਤੀ ਰਾਜ ਸੰਸਥਾਵਾਂ ਨੂੰ ਸੰਵਿਧਾਨਿਕ ਦਰਜਾ ਪ੍ਰਦਾਨ ਕੀਤਾ ਗਿਆ ਹੈ? ਪਹਿਲਾ ਆਪਸ਼ਨ ਹੈ 73ਵੀਂ ਸੋਧ, ਦੂਸਰਾ ਆਪਸ਼ਨ ਹੈ 74ਵੀਂ ਸੋਧ, ਤੀਸਰਾ ਆਪਸ਼ਨ ਹੈ 42ਵੀਂ ਸੋਧ, ਚੌਥਾ ਆਪਸ਼ਨ ਹੈ ਇਹਨਾਂ ਵਿੱਚੋਂ ਕੋਈ ਨਹੀਂ। ਇਹਦਾ ਕਰੈਕਟ ਆਨਸਰ ਹੈਗਾ 73ਵੀਂ ਸੋਧ ਦੇ ਰਾਹੀਂ ਪੰਚਾਇਤੀ ਰਾਜ ਦੀ ਵਿਵਸਥਾ ਕੀਤੀ ਗਈ ਹੈ। 10ਵਾਂ ਕੁਐਸਚਨ ਹੈਗਾ, ਸੰਵਿਧਾਨ ਦੀ ਸੋਧ ਕਿਹੜੀ ਧਾਰਾ ਅਧੀਨ ਵਰਣਨ ਕੀਤਾ ਗਿਆ ਹੈ? ਪਹਿਲਾ ਆਪਸ਼ਨ 302, ਦੂਸਰਾ ਆਪਸ਼ਨ ਹੈਗਾ ਧਾਰਾ 325, ਤੀਸਰਾ ਆਪਸ਼ਨ ਹੈ ਧਾਰਾ 368, ਚੌਥਾ ਆਪਸ਼ਨ ਹੈ ਧਾਰਾ 370। ਇਹਦਾ ਕਰੈਕਟ ਆਨਸਰ ਹੈਗਾ ਧਾਰਾ 368 ਦੇ ਅਧੀਨ ਹੈ ਸੰਵਿਧਾਨ ਵਿੱਚ ਸੋਧ ਕੀਤੀ ਜਾ ਸਕਦੀ ਹੈ। 11ਵਾਂ ਕੁਐਸਚਨ ਹੈ, ਸੰਵਿਧਾਨ ਦੀਆਂ ਕਿਹੜੀਆਂ ਧਾਰਾਵਾਂ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਹਨ? ਪਹਿਲਾ ਆਪਸ਼ਨ ਹੈ 19 ਤੋਂ 22, ਦੂਸਰਾ ਆਪਸ਼ਨ ਹੈ 12 ਤੋਂ 35, ਤੀਸਰਾ ਆਪਸ਼ਨ ਹੈ 18 ਤੋਂ 32, ਚੌਥਾ ਆਪਸ਼ਨ ਹੈ 25 ਤੋਂ 28। ਇਹਦਾ ਕਰੈਕਟ ਆਨਸਰ ਹੈਗਾ
12 ਤੋਂ 35 ਤੱਕ ਮੌਲਿਕ ਅਧਿਕਾਰ ਸੰਬੰਧਿਤ ਹਨ। 12ਵਾਂ ਕੁਐਸਚਨ ਹੈ ਛੁੱਤ ਛਾਤ ਦੀ ਮਨਾਹੀ ਦੀ ਵਿਵਸਥਾ ਕਿਸ ਧਾਰਾ ਵਿੱਚ ਕੀਤੀ ਗਈ ਹੈ? ਪਹਿਲਾ ਆਪਸ਼ਨ ਧਾਰਾ 14, ਦੂਸਰਾ ਆਪਸ਼ਨ ਧਾਰਾ 16, ਤੀਸਰਾ ਆਪਸ਼ਨ ਹੈ ਧਾਰਾ 17, ਚੌਥਾ ਆਪਸ਼ਨ ਹੈ ਧਾਰਾ 18। ਕਰੈਕਟ ਆਨਸਰ ਹੈਗਾ ਧਾਰਾ 17 ਵਿੱਚ ਛੁੱਤ ਛਾਤ ਦੀ ਮਨਾਹੀ ਕੀਤੀ ਗਈ ਹੈ। ਕਾਨੂੰਨ ਦੇ ਸਾਹਮਣੇ ਸਮਾਨਤਾ ਦੀ ਵਿਵਸਥਾ ਕਿਸ ਧਾਰਾ ਅਧੀਨ ਕੀਤੀ ਗਈ ਹੈ? ਧਾਰਾ ਪਹਿਲਾ ਆਪਸ਼ਨ ਧਾਰਾ 13, ਦੂਸਰਾ ਆਪਸ਼ਨ ਧਾਰਾ 14, ਤੀਸਰਾ ਆਪਸ਼ਨ ਧਾਰਾ 15, ਚੌਥਾ ਆਪਸ਼ਨ ਧਾਰਾ 16। ਇਹਦਾ ਕਰੈਕਟ ਆਨਸਰ ਹੈਗਾ ਧਾਰਾ 14 ਦੇ ਅਧੀਨ ਕਾਨੂੰਨ ਦੇ ਸਾਹਮਣੇ ਸਮਾਨਤਾ ਦੀ ਵਿਵਸਥਾ ਕੀਤੀ ਗਈ ਹੈ। 14ਵਾਂ ਕੁਐਸਚਨ ਭਾਸ਼ਣ ਦੇਣ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਸੁਤੰਤਰਤਾ ਦੀ ਵਿਵਸਥਾ ਕਿਸ ਅਧੀਨ ਕੀਤੀ ਗਈ ਹੈ? ਪਹਿਲਾ ਆਪਸ਼ਨ ਧਾਰਾ 17, ਦੂਸਰਾ ਆਪਸ਼ਨ ਧਾਰਾ 18, ਤੀਸਰਾ ਆਪਸ਼ਨ ਧਾਰਾ 19, ਚੌਥਾ ਆਪਸ਼ਨ ਧਾਰਾ 20। ਇਹਦਾ ਕਰੈਕਟ ਆਨਸਰ ਹੈਗਾ ਧਾਰਾ 19 ਦੇ ਅਧੀਨ ਭਾਸ਼ਣ ਦੇਣ ਤੇ ਵਿਚਾਰ ਪ੍ਰਗਟਾਵੇ ਦੀ ਸੁਤੰਤਰਤਾ ਦਿੱਤੀ ਗਈ ਹੈ। 15ਵਾਂ ਕੁਐਸਚਨ ਸੁਤੰਤਰਤਾ ਦਾ ਅਧਿਕਾਰ ਸੰਵਿਧਾਨ ਦੀਆਂ ਕਿਹੜੀਆਂ ਧਾਰਾਵਾਂ ਦੇ ਅਧੀਨ ਦਿੱਤਾ ਗਿਆ ਹੈ? ਪਹਿਲਾ ਆਪਸ਼ਨ ਹੈ ਧਾਰਾ 14 ਤੋਂ 18, ਦੂਸਰਾ ਆਪਸ਼ਨ ਹੈ ਧਾਰਾ 19 ਤੋਂ 22, ਤੀਸਰਾ ਆਪਸ਼ਨ ਹੈ ਧਾਰਾ 20 ਤੋਂ 21, ਚੌਥਾ ਆਪਸ਼ਨ ਧਾਰਾ 22 ਤੋਂ 24। ਇਹਦਾ ਕਰੈਕਟ ਆਨਸਰ ਹੈ ਧਾਰਾ 19 ਤੋਂ 22। 16ਵਾਂ ਕੁਐਸਚਨ ਹੇਠ ਲਿਖਿਆਂ ਵਿੱਚੋਂ ਕਿਹੜੀਆਂ ਧਾਰਾਵਾਂ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਪ੍ਰਦਾਨ ਕਰਦੀਆਂ ਹਨ? ਪਹਿਲਾ ਆਪਸ਼ਨ ਧਾਰਾ 19 ਤੋਂ 22, ਦੂਸਰਾ ਆਪਸ਼ਨ ਧਾਰਾ 23 ਤੋਂ 24, ਤੀਸਰਾ ਆਪਸ਼ਨ ਹੈਗਾ ਧਾਰਾ 25 ਤੋਂ 28, ਚੌਥਾ ਆਪਸ਼ਨ ਹੈਗਾ ਧਾਰਾ 29 ਤੋਂ 30। ਇਹਦਾ ਕਰੈਕਟ ਆਨਸਰ ਹੈਗਾ ਧਾਰਾ 25 ਤੋਂ 28। ਇਹ ਸਹੀ ਹੈ ਕੁਐਸਚਨ। 17ਵਾਂ ਕੁਐਸਚਨ ਹੈ ਸੰਵਿਧਾਨਿਕ ਉਪਾਵਾਂ ਦਾ ਅਧਿਕਾਰ ਸੰਵਿਧਾਨ ਦੀ ਕਿਹੜੀ ਧਾਰਾ ਵਿੱਚ ਸ਼ਾਮਿਲ ਹੈ? ਪਹਿਲਾ ਆਪਸ਼ਨ ਧਾਰਾ 29, ਦੂਸਰਾ ਆਪਸ਼ਨ ਧਾਰਾ 23, ਤੀਸਰਾ ਆਪਸ਼ਨ ਧਾਰਾ 31, ਚੌਥਾ ਆਪਸ਼ਨ ਧਾਰਾ 32। ਇਹਦਾ ਕਰੈਕਟ ਆਨਸਰ ਹੈਗਾ ਧਾਰਾ 32 ਦੇ ਆਧਾਰ ਤੇ ਸੰਵਿਧਾਨਿਕ ਉਪਾਵਾਂ ਦਾ ਅਧਿਕਾਰ ਸੰਵਿਧਾਨ ਦੀ ਧਾਰਾ ਵਿੱਚ ਸ਼ਾਮਿਲ ਹੈ ਜੀ। 18ਵਾਂ ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਅਧਿਕਾਰ ਸੰਕਟ ਕਾਲ ਦੌਰਾਨ ਵੀ ਮੁਅੱਤਲ ਨਹੀਂ ਕੀਤਾ ਜਾ ਸਕਦਾ? ਜਿਵੇਂ ਰਾਸ਼ਟਰਪਤੀ ਸੰਕਟਕਾਲੀਨ ਸ਼ਕਤੀਆਂ ਲਾਗੂ ਕਰਦਾ ਹੈ, ਉਸ ਟਾਈਮ ਕਿਹੜਾ ਅਧਿਕਾਰ ਹੈਗਾ ਜਿਹੜਾ ਮੁਅੱਤਲ ਨਹੀਂ ਕੀਤਾ ਜਾ ਸਕਦਾ? ਪਹਿਲਾ ਆਪਸ਼ਨ ਹੈਗਾ ਸਮਾਨਤਾ ਦਾ ਅਧਿਕਾਰ, ਦੂਸਰਾ ਆਪਸ਼ਨ ਸੁਤੰਤਰਤਾ ਦਾ ਅਧਿਕਾਰ, ਤੀਸਰਾ ਆਪਸ਼ਨ ਜੀਵਨ ਦਾ ਅਧਿਕਾਰ, ਚੌਥਾ ਆਪਸ਼ਨ ਧਾਰਮਿਕ ਸੁਤੰਤਰਤਾ ਦਾ ਅਧਿਕਾਰ। ਇਹਦਾ ਕਰੈਕਟ ਆਨਸਰ ਹੈਗਾ ਜੀਵਨ ਦਾ ਅਧਿਕਾਰ ਜਿਹੜਾ ਹੈਗਾ ਇਹ ਕਦੇ ਵੀ ਸੰਕਟ ਕਾਲ ਦੇ ਸਮੇਂ ਮੁਅੱਤਲ ਨਹੀਂ ਕੀਤਾ ਜਾ ਸਕਦਾ। 19ਵਾਂ ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਮੌਲਿਕ ਅਧਿਕਾਰਾਂ ਦੀ ਵਿਸ਼ੇਸ਼ਤਾ ਹੈ? ਪਹਿਲਾ ਆਪਸ਼ਨ ਹੈ ਮੌਲਿਕ ਅਧਿਕਾਰ ਸਰਕਾਰ ਦੀਆਂ ਸ਼ਕਤੀਆਂ ਨੂੰ ਸੀਮਿਤ ਕਰਦੇ ਹਨ, ਦੂਸਰਾ ਆਪਸ਼ਨ ਹੈ ਮੌਲਿਕ ਅਧਿਕਾਰ ਨਿਆਂਯੋਗ ਹਨ, ਤੀਸਰਾ ਆਪਸ਼ਨ ਹੈ ਮੌਲਿਕ ਅਧਿਕਾਰ ਸਾਰੇ ਨਾਗਰਿਕਾਂ ਲਈ ਸਮਾਨ ਹਨ, ਚੌਥਾ ਆਪਸ਼ਨ ਹੈ ਮੌਲਿਕ ਅਧਿਕਾਰ ਨਾਗਰਿਕ ਅਤੇ ਵਿਦੇਸ਼ੀ ਵਿਚਕਾਰ ਅੰਤਰ ਨਹੀਂ ਕਰਦੇ। ਇਹਦਾ ਕਰੈਕਟ ਆਨਸਰ ਹੈਗਾ ਚੌਥਾ, ਮੌਲਿਕ ਅਧਿਕਾਰ ਨਾਗਰਿਕ ਅਤੇ ਵਿਦੇਸ਼ੀ ਵਿਚਕਾਰ ਅੰਤਰ ਨਹੀਂ ਕਰਦੇ। ਲਾਸਟ ਕੁਐਸਚਨ ਆਪਣਾ 20ਵਾਂ ਕੁਐਸਚਨ ਹੈਗਾ ਵਿਦਿਆ ਦੇ ਅਧਿਕਾਰ ਨੂੰ ਸੰਵਿਧਾਨ ਵਿੱਚ ਕੀਤੀ ਗਈ ਕਿਹੜੀ ਸੋਧ ਅਧੀਨ ਮੌਲਿਕ ਅਧਿਕਾਰ ਬਣਾਇਆ ਗਿਆ ਹੈ? ਪਹਿਲਾ ਆਪਸ਼ਨ 86ਵੀਂ ਸੋਧ, ਦੂਸਰਾ ਆਪਸ਼ਨ 42ਵੀਂ ਸੋਧ, ਤੀਸਰਾ ਆਪਸ਼ਨ 52ਵੀਂ ਸੋਧ, ਚੌਥਾ ਆਪਸ਼ਨ ਹੈ 74ਵੀਂ ਸੋਧ। ਕਰੈਕਟ ਆਨਸਰ ਹੈਗਾ 86ਵੀਂ ਸੋਧ ਦੁਆਰਾ ਵਿਦਿਆ ਦੇ ਅਧਿਕਾਰ ਨੂੰ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ ਹੈ। ਹਾਂਜੀ, ਮੇਰਾ ਲੈਕਚਰ ਵਧੀਆ ਲੱਗੇ ਤੁਹਾਨੂੰ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ। ਥੈਂਕ ਯੂ।